TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਰਲ ਮਿਲ ਕੇ ਕੁਝ ਖਬਰਾਂ ਕੁਝ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ, ਪਰ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ ਆਓ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਤੁਹਾਡੇ ਸਾਹਮਣੇ ਰੱਖਦੇ ਹਾਂ। ਮਿਜ਼ਾਈਲ ਮੈਨ ਅਬਦੁਲ ਕਲਾਮ ਨੂੰ ਚੇਤੇ ਕਰਦੇ ਹਾਂ। ਜ਼ਿੰਦਗੀ ਵਿੱਚ ਉਹਨਾਂ ਦੇ ਕੁਝ ਵਿਚਾਰ ਜਿਹੜੇ ਕੰਮ ਆ ਸਕਦੇ ਨੇ ਉਹਨਾਂ ਤੇ ਕਰਾਂਗੇ ਗੱਲ। ਬੰਗਾਲ ਚੋਣਾਂ ਤੋਂ ਬਾਅਦ ਮਮਤਾ ਬੈਨਰਜੀ ਨੇ ਪਹਿਲੀ ਵਾਰ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ। ਰਾਹੁਲ ਦਾ ਟਰੈਕਟਰ ਦਿੱਲੀ ਪੁਲਿਸ ਲਈ ਬਣਿਆ ਬੁਝਾਰਤ। ਕਿਸਾਨਾਂ ਦਾ ਕਰਜ਼ ਮੁਆਫ ਕਰਨ ਦੀ ਸਰਕਾਰ ਦੀ ਨਹੀਂ ਕੋਈ ਤਜਵੀਜ਼। ਬੇਅਦਬੀ ਮਾਮਲੇ ਤੋਂ ਬਾਅਦ ਹੁਣ ਵਿਵਾਦਤ ਪੋਸਟਰ ਮਾਮਲੇ ਵਿੱਚ ਵੀ ਸਿੱਟ ਨੂੰ ਮਿਲਿਆ ਕਰਾਰਾ ਝਟਕਾ। ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੇਗੀ ਨੌਕਰੀ। ਸੰਸਦ ਮੈਂਬਰ ਬਿੱਟੂ ਅਤੇ ਔਜਲਾ ਨੇ ਸੰਸਦ ਦੇ ਅੰਦਰ ਲਾਇਆ ਧਰਨਾ। ਅਤੇ ਇੱਕ ਹੋਰ ਕਿਸਾਨ ਦੀ ਸੰਘਰਸ਼ ਲੇਖੇ ਲੱਗੀ ਜਿੰਦ। ਦੋਸਤੋ ਇਹ ਕੁਝ ਖਬਰਾਂ ਨੇ ਤੇ ਇਸ ਤੋਂ ਇਲਾਵਾ ਵੀ ਕੁਝ ਹੋਰ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਚਰਚਾ ਕਰਨੀ ਬਣਦੀ ਹੈ। ਇਹਦੇ ਤੋਂ ਪਹਿਲਾਂ ਕਿ ਖਬਰਾਂ ਵੱਲ ਨੂੰ ਵਧੀਏ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੇ ਦੂਸਰੀ ਬੇਨਤੀ ਇਹ ਕਿ ਸਿਹਤ ਸੰਸਾਰ ਇੱਕ ਹੈਲਥ ਸ਼ੋਅ ਹੈ, ਉਹਦੀ ਦੂਸਰੀ ਕਿਸ਼ਤ ਕੱਲ੍ਹ ਦੇ ਪ੍ਰੋਗਰਾਮ ਤੋਂ ਪਹਿਲਾਂ ਤੁਹਾਡੇ ਲਈ ਪੇਸ਼ ਕਰ ਦਿੱਤੀ ਗਈ ਸੀ ਡਾਕਟਰ ਅਰੀਦਮਨ ਮਾਹਲ ਹੋਰਾਂ ਦੇ ਨਾਲ। ਜੇਕਰ ਤੁਹਾਡੇ ਜੋੜਾਂ ਦੇ ਵਿੱਚ ਦਰਦ ਰਹਿੰਦਾ ਤੇ ਉਸ ਦਰਦ ਤੋਂ ਛੁਟਕਾਰਾ ਕਿਵੇਂ ਲਿਆ ਜਾ ਸਕੇ, ਗੈਸ ਰਹਿੰਦੀ ਹੈ, ਕਬਜ਼ ਰਹਿੰਦੀ ਹੈ ਜਾਂ ਕੋਲੈਸਟਰੋਲ ਵੱਧ ਰਿਹਾ ਹੈ, ਤੁਸੀਂ ਡਾਕਟਰ ਕੋਲ ਕਿਸੇ ਕੋਲ ਨਹੀਂ ਜਾਣਾ। ਸਮਾਂ ਵੀ ਬਚੂ ਤੇ ਪੈਸੇ ਵੀ ਬਚਣਗੇ। ਆਪਣੀ ਰਸੋਈ ਦੇ ਵਿੱਚੋਂ ਘਰੇਲੂ ਕੁਝ ਚੀਜ਼ਾਂ ਦੀ ਵਰਤੋਂ ਕਰਕੇ ਕਿਵੇਂ ਇਹਨਾਂ ਰੋਗਾਂ ਤੋਂ ਛੁਟਕਾਰਾ ਲੈ ਸਕਦੇ ਹੋ, ਤੁਹਾਡੇ ਵਾਸਤੇ ਉਹ ਜਾਣਕਾਰੀ ਲਾਹੇਵੰਦ ਸਾਬਤ ਹੋ ਸਕਦੀ ਹੈ। ਸੋ ਕਿਰਪਾ ਕਰਕੇ ਜੇਕਰ ਚੰਗੀ ਲੱਗੀ ਤਾਂ ਫਿਰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਕੋਈ ਹੋਰ ਲੋੜਵੰਦ ਵੀ ਉਸ ਜਾਣਕਾਰੀ ਤੋਂ ਲਾਭ ਲੈ ਸਕੇ। ਤੇ ਆਓ ਹੁਣ ਖਬਰਾਂ ਵੱਲ ਧਿਆਨ ਦਿੰਦੇ ਹਾਂ। ਭਾਰਤ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਸਾਹਿਬ, ਉਹਨਾਂ ਦੀ ਅੱਜ ਬਰਸੀ ਹੈ। 27 ਜੁਲਾਈ 2015 ਨੂੰ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਆਖਿਆ ਸੀ। ਅਬਦੁਲ ਕਲਾਮ ਇੱਕ ਮੰਨੇ ਪਰਮੰਨੇ ਵਿਗਿਆਨੀ ਤੇ ਉਹਨਾਂ ਨੂੰ ਕਈ ਨਾਵਾਂ ਦੇ ਨਾਲ ਲੋਕ ਚੇਤੇ ਕਰਦੇ ਆ। ਉਹਨਾਂ ਨੇ ਪੁਲਾੜ ਅਤੇ ਰੱਖਿਆ ਦੇ ਖੇਤਰ ਦੇ ਵਿੱਚ ਇੱਕ ਵੱਡਾ ਯੋਗਦਾਨ ਪਾਇਆ। ਭਾਰਤ ਨੂੰ ਬੈਲਿਸਟਿਕ ਮਿਜ਼ਾਈਲ ਅਤੇ ਲਾਂਚਿੰਗ ਟੈਕਨੋਲੋਜੀ ਲਈ ਉਹਨਾਂ ਨੇ ਆਤਮ ਨਿਰਭਰ ਬਣਾਇਆ ਸੀ। ਇਸੇ ਕਰਕੇ ਡਾਕਟਰ APJ ਅਬਦੁਲ ਕਲਾਮ ਸਾਹਿਬ ਨੂੰ ਲੋਕ ਮਿਜ਼ਾਈਲ ਮੈਨ ਵੀ ਕਹਿੰਦੇ ਹੈ। ਕਲਾਮ ਸਾਹਿਬ ਵਿਗਿਆਨੀ ਜ਼ਰੂਰ ਸੀ, ਪਰ ਸਾਹਿਤ ਦੇ ਵਿੱਚ ਬਹੁਤ ਖਾਸ ਤੌਰ ਤੇ ਰੁਚੀ ਰੱਖਦੇ ਸੀ, ਕਾਫੀ ਰੁਚੀ ਰੱਖਦੇ ਸੀ। ਉਹਨਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਨੇ। ਤੇ ਜਦੋਂ ਉਹਨਾਂ ਨੂੰ ਆਖਿਆ ਗਿਆ ਸੀ ਕਿ ਰਾਸ਼ਟਰਪਤੀ ਦੇ ਅਹੁਦੇ ਤੋਂ ਬਾਅਦ ਹੁਣ ਹੋਰ ਕੀ ਕਰਨਾ ਚਾਹੁੰਦੇ ਹੋ, ਉਹ ਕਹਿੰਦੇ ਸੀ ਇਹ ਮੇਰੇ ਵਾਸਤੇ ਉਹਨਾਂ ਮਹੱਤਵਪੂਰਨ ਅਹੁਦਾ ਨਹੀਂ, ਅਸਲ ਵਿੱਚ ਮੈਂ ਤਾਂ ਲੋਕਾਂ ਨੂੰ ਪੜ੍ਹਾਉਣਾ ਚਾਹੁੰਦਾ, ਸਿੱਖਿਅਤ ਕਰਨਾ ਚਾਹੁੰਦਾ। ਇੱਕ ਆਮ ਪਰਿਵਾਰ ਦੇ ਵਿੱਚੋਂ ਉੱਠੇ ਕਲਾਮ ਸਾਹਿਬ ਨੇ ਆਪਣੀ ਸਿੱਖਿਆ ਲਈ ਅਖਬਾਰਾਂ ਤੱਕ ਵੇਚੀਆਂ। ਤੁਸੀਂ ਆਪ ਹਿਸਾਬ ਲਾ ਲਓ ਕਿ ਕਿਹੋ ਜਿਹੇ ਘਰ ਨਾਲ ਉਹ ਸੰਬੰਧਿਤ ਹੋਣਗੇ। ਸੰਘਰਸ਼ਮਈ ਉਹਨਾਂ ਦਾ ਜੀਵਨ ਰਿਹਾ। ਉਹਨਾਂ ਦੇ ਜੀਵਨ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ। ਉਹਨਾਂ ਦੇ ਵਿਚਾਰ ਸਾਡੇ ਵਾਸਤੇ, ਨਵੀਂ ਪਨੀਰੀ ਦੇ ਵਾਸਤੇ, ਅੱਜ ਵੀ ਅੱਗੇ ਵਧਣ ਵਾਸਤੇ ਪ੍ਰੇਰਨਾਦਾਇਕ ਹੋ ਸਕਦੇ ਹੈ। ਉਹਨਾਂ ਦੇ ਕੁਝ ਇੱਕ ਵਿਚਾਰਾਂ ਦੇ ਉੱਤੇ ਝਾਤ ਮਾਰਨੀ ਚਾਹੁੰਦੇ ਆ। ਵੈਸੇ ਤੇ ਉਹਨਾਂ ਦੀ ਕੋਈ ਜੀਵਨੀ ਪੜ੍ਹ ਕੇ ਵੇਖਿਓ, ਉਹਨਾਂ ਦਾ ਕਿਤੇ ਕੋਈ ਲੈਕਚਰ ਤੁਹਾਨੂੰ ਮਿਲ ਜੇ ਸੁਣ ਕੇ ਵੇਖਿਓ, ਪਰ ਕੁਝ ਇੱਕ ਵਿਚਾਰ ਸੰਖੇਪ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੇ ਕਰ ਲੈਣੇ। ਉਹਨਾਂ ਨੇ ਕਿਹਾ ਕਿ ਸੁਪਨੇ ਉਹ ਨਹੀਂ ਹੁੰਦੇ ਜੋ ਸਾਨੂੰ ਸੌਣ ਤੋਂ ਬਾਅਦ ਆਉਂਦੇ ਨੇ। ਅਕਸਰ ਆਪਾਂ ਉਹੀ ਸੁਪਨੇ ਲੈਂਦੇ ਹਾਂ। ਉਹ ਕਹਿੰਦੇ ਸੁਪਨੇ ਉਹ ਨਹੀਂ ਹੁੰਦੇ ਜੋ ਸਾਨੂੰ ਸੌਣ ਤੋਂ ਬਾਅਦ ਆਉਂਦੇ ਨੇ, ਸੁਪਨੇ ਉਹ ਹੁੰਦੇ ਨੇ ਜੋ ਤੁਹਾਨੂੰ ਸੌਣ ਨਹੀਂ ਦਿੰਦੇ। ਦੇਖੋ ਕਿੱਡੀ ਵੱਡੀ ਗੱਲ ਕਹੀ। ਅਗਲੀ ਗੱਲ ਜਿਹੜੀ ਉਹਨਾਂ ਦੀ ਤੇ ਉੱਤੇ ਬਹੁਤ ਧਿਆਨ ਦੇਣ ਵਾਲੀ ਹੈ ਤੇ ਸਾਡੇ ਜੀਵਨ ਨੂੰ ਉਹ ਬਦਲ ਕੇ ਰੱਖ ਸਕਦੇ ਆ। ਉਹ ਕਹਿੰਦੇ ਚਲੋ ਆਪਣਾ ਅੱਜ ਕੁਰਬਾਨ ਕਰੋ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਬਿਹਤਰ ਕੱਲ੍ਹ ਮਿਲ ਸਕੇ। ਇੱਕ ਹੋਰ ਬਹੁਤ ਕਮਾਲ ਦਾ ਵਿਚਾਰ ਆ ਉਹਨਾਂ ਦਾ। ਕਹਿੰਦੇ ਵਿਦਿਆਰਥੀਆਂ ਨੂੰ ਸਵਾਲ ਜ਼ਰੂਰ ਪੁੱਛਣੇ ਚਾਹੀਦੇ ਆ। ਇਹ ਵਿਦਿਆਰਥੀ ਦਾ ਸਰਵਉੱਤਮ ਹੋਣ ਦਾ ਗੁਣ ਹੈ। ਬਹੁਤ ਸਾਰੇ ਵਿਦਿਆਰਥੀ ਆਪਣੇ ਟੀਚਰ ਨੂੰ ਕੋਈ ਸਵਾਲ ਹੀ ਨਹੀਂ ਕਰਦੇ। ਇੱਕ ਉਹਨਾਂ ਨੇ ਹੋਰ ਬਹੁਤ ਪਤੇ ਦੀ ਗੱਲ ਕੀਤੀ। ਆਮ ਤੌਰ ਤੇ ਅਧਿਆਪਕ ਵੀ ਕਹਿੰਦੇ ਆ ਕਿ ਜਿਹੜੇ ਬੈਕ ਬੈਂਚਰ ਨੇ, ਪਿੱਛੇ ਬੈਠਦੇ ਆ, ਉਹਨਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ। ਕਲਾਮ ਸਾਹਿਬ ਕਹਿੰਦੇ ਦੇਸ਼ ਦਾ ਸਭ ਤੋਂ ਚੰਗਾ ਦਿਮਾਗ ਕਲਾਸਰੂਮ ਦੇ ਆਖਰੀ ਬੈਂਚਾਂ ਤੇ ਵੀ ਮਿਲ ਸਕਦਾ ਹੈ। ਅਗਲੀ ਗੱਲ ਉਹਨਾਂ ਦੀ, ਉਹ ਕਹਿੰਦੇ ਇੰਤਜ਼ਾਰ ਕਰਨ ਵਾਲਿਆਂ ਨੂੰ ਸਿਰਫ ਓਨਾ ਹੀ ਮਿਲਦਾ ਹੈ
जिन्ना कोशिश करने वाले छड्ड दिंदे ने। होर कहंदे जीवन दे विच सुख का अनुभव उदों प्राप्त हुंदा है जदों इन्हां सुखां नूं कठिनाइयां नाल प्राप्त किया जाता होवे। सो मैं बड़ी बारी गल कीती है कि बहुत सारे लोग कहणगे यार कैनेडा च की रख लिया, क्योंकि पता ही नहीं लग्या, किसी न किसी ने सद लए, इत्थे भी सहारा दे दिता। पर जिहड़े लोग रिफ्यूजी आउंदे आ, पहलां 5-5 7-7 महीने कदे जंगल टप्पदे, कदे रातां टप्पदे, कदे कंडे लगदे, कदे भुखे, कदे प्यासे, कदे फिर मैक्सीको वाली कंध टप्पदे आ। हालांकि ये रस्ते ठीक नहीं ने, इन्हां रस्तिਆਂ ਨੂੰ अपनाउणा नहीं चाहिए, पर किसी न किसी तरीके जदों इन्हां मुल्कां 'च पहुँच जाते हैं, फिर इत्थे 5-5 7-7 साल वकीलों का ढिड भरते रहंदे आ। ਜਿਹੜੇ दिन ना उन्होंने PR कार्ड मिलता है, उन्होंने पुछ के देखियो फिर इहदी वैल्यू की है, भी किन्ने वरे जिंदगी दे लगदे ने, किन्नी वारी मौत नेड़ियों देखनी पैंदी है, किन्ने क लोकां दे ढिड भरने पैंदे है। अगली उन्हां दी बड़ी महत्वपूर्ण गल, वो कहंदे सिखर तक पहुंचण लई ताकत चाहीदी हुंदी है। भावें वो माउंट एवरेस्ट का सिखर होवे जां कोई होर टीचा, पर ताकत तुहानूं हरेक काम दे वास्ते पूरी चाहिदी है। एक उन्हां दा होर बहुत वधिया कथन है, कहंदे सारियां दे जीवन दे विच दुख आउंदे ने, बस इन्हां दुखां च सारियां दे सबर दी परीक्षा लई जांदी है। एक होर महत्वपूर्ण उन्हां दी गल, कहंदे सुपने उदों सच हुंदे ने जदों असीं सुपने देखने शुरू करते हैं। एक होर बड़ी महत्वपूर्ण गल अज दी जिहड़ी जिंदगी दे विच भी साडे काम आ सकदी है, कहंदे मुश्किलों तो बाद हासिल की गई सफलता ही असली आनंद दिंदी है। ये लगभग 10 गल्लां मैं तुहाडे सामने रखियां ने। जेकर इन्हां नूं अपनी जिंदगी दे विच असीं अज भी लागू कर लईए तां देखियो तुहाडा कल सुखद होवेगा। सो अब्दुल कलाम साहब नूं एक बारी फिर अज उन्हां दी बरसी ते चेते करदे हां। ते नाल ही भारती रेलवे ने ना उन्हां दी जिहड़ियां बचिया खुचिया कूड़ा करकट कह दिंदे आ, उहदे तो एक बुੱਤ बनाया ते बुੱਤ लाया है। दुनिया भर के लोग जिहड़े वो रेलवे च हुण सफ़र करनगे जिथे वो बुੱਤ लाया है, लोग देख देख के लंघणगे। उन्होंने अपने तरीके नाल रेलवे ने श्रद्धांजलि दी है। अगली खबर है, ये अज ट्विटर ते भी ट्रेंड कर रही सी। वो ये सी कि भारत के प्रधानमंत्री अते पश्चिमी बंगाल की मुख्यमंत्री ममता बैनर्जी की मुलाकात हुई है। सारे लोग जानते हैं कि सियासी कुड़त्तण भी है इन्हां दे विचकार, आपस दे विच एक दूसरे के परस्पर विरोधी भी है। पर सियासी कुड़त्तरां नूं एक पासे धर पश्चिमी बंगाल की मुख्यमंत्री ममता बैनर्जी ने विधान सभा चोणां नूं जितण तो बाद लगभग 3 महीने बीत गए। 3 महीनों तो बाद प्रधानमंत्री मोदी दे नाल दिल्ली दे विच गलबात की है। इसी दौरान ममता बैनर्जी ने कोरोना दीयां चुनौतियां दे नाल अपने सूबे नूं आबादी के अनुपात के हिसाब नाल टीका मुहैया करवाउण दी प्रधानमंत्री नूं बेनती की है। नाल ही बंगाल का नाम बदलण दे सूबा सरकार के प्रस्ताव नूं मंजूरी दिते जाण नूं लैके भी उन्होंने प्रधानमंत्री के सामने अपनी मंग रखी, गल रखी। नाल ही उन्होंने पैगासस विवाद ते बेशक चर्चा नहीं की, पर प्रधानमंत्री नाल मुलाकात तो बाद मीडिया दे नाल जदों गलबात की तां उन्होंने आख्या कि सुप्रीम कोर्ट की निगरानी दे विच जे जांच होवे तो मैं उसकी हमायत करदी हाँ। बंगाल चोणां तो बाद जिस तरह मैं दस रहा कि प्रधानमंत्री मोदी होरां दे नाल उन्हां दी पहली मुलाकात सी। इस बैठक दे विच उन्होंने बंगाल के विकास के प्रोजैक्टां ते भी गलबात की है, कोरोना संकट की जिहड़ी लड़ाई लड़ी जा रही है उहदे बाबत भी गलबात की है। ते नाल ही उन्होंने कहा कि पश्चिमी बंगाल की आबादी के अनुपात च कोरोना वैक्सीन घट गिणती विच मिली है, उन्होंने वधाउण की जरूरत है। तो बंगाल का नाम बदलण दा जिहड़ा पेंडिंग प्रस्ताव पिया उहदे ते भी आख्या कि जल्दी फैसला किया जाए, असीं तुहानूं बेनती करते हैं। तो प्रधानमंत्री ते इहदे ते की प्रतिक्रिया रही जिहड़े उन्होंने ये डिमांड्स रखियां ने। जदों ये पुछया गया तो ममता बैनर्जी ने कहा कि प्रधानमंत्री साहब कहंदे असीं देखांगे, विचार करांगे। हुण जदों विधान सभा चोणां जित लईआं उहदे तो बाद शायद तुहानूं याद होवे कि एक चक्रवात आया सी, उहदा जायज़ा लैण दे वास्ते प्रधानमंत्री साहब उचेचे तौर ते इन्हां दे सूबे च गए सी। उत्थे संखेप जी मुलाकात हुई सी ते उहदे तो बाद सियासी तलखी ने ऐन जोर फड़ लिया सी। कारण ये सी कि ममता बैनर्जी आए सी, अपना मंग पत्र प्रधानमंत्री साहब नूं सौंपिया सी अते उस बैठक दे विचों रुखसत हो गए सन, चले गए सी। हालांकि जिहड़ी प्रधानमंत्री होणां नाल मुलाकात हुई है इस गलबात नूं लैके उन्होंने कोई तलखी तां नहीं प्रगटाई, पर एक गल दूसरी सी, उन्होंने लगता सी कि राष्ट्रपति रामनाथ कोविंद नाल वीरवार के दिन उन्हों की मुलाकात हो सकती है।
ਉਹ ਕਹਿੰਦੇ ਮੇਰੇ ਦੋਵੇਂ ਕਰੋਨਾ ਦੇ ਟੀਕੇ ਲੱਗੇ ਹੋਏ ਨੇ, ਫੁੱਲੀ ਵੈਕਸੀਨੇਟ ਹੈ। ਪਰ ਜਦੋਂ ਰਾਸ਼ਟਰਪਤੀ ਭਵਨ ਵਿੱਚ ਜਾਣ ਦੀ ਉਹਨਾਂ ਨੇ ਆਗਿਆ ਮੰਗੀ ਤਾਂ ਉਹਨਾਂ ਨੂੰ ਆਖਿਆ ਗਿਆ RT-PCR ਟੈਸਟ ਕਰਵਾਓ। ਉਹ ਕਹਿੰਦੀ ਇਸ ਵਜ੍ਹਾ ਦੇ ਨਾਲ ਮੈਨੂੰ ਕੁਝ ਸਮੱਸਿਆ ਹੈ, ਜਿਸ ਕਰਕੇ ਹੋ ਸਕਦਾ ਹੈ ਕਿ ਇਸ ਦੌਰੇ ਦੇ ਵਿੱਚ ਮੈਂ ਰਾਸ਼ਟਰਪਤੀ ਸਾਹਿਬ ਨੂੰ ਨਾ ਮਿਲ ਸਕਾਂ। ਪਰ ਅੱਜ ਖਬਰਾਂ ਨੇ ਕਿ ਹੋ ਸਕਦਾ ਕਿ ਕੁਝ ਹੋਰ ਵਿਰੋਧੀ ਧਿਰਾਂ ਦੇ ਵੱਡੇ ਆਗੂ ਨੇ ਉਹਨਾਂ ਦੇ ਨਾਲ ਮੀਟਿੰਗਾਂ ਕਰਨ। ਮਮਤਾ ਬੈਨਰਜੀ ਦਾ ਹੋ ਸਕਦਾ ਕਿ ਦਿੱਲੀ ਦੌਰਾ ਹੁਣ ਬਣਿਆ ਰਹੇ। ਉਹਦਾ ਕਾਰਨ ਹੈ ਕਿ 2021 ਦੇ ਵਿੱਚ ਪੱਛਮੀ ਬੰਗਾਲ ਨੂੰ ਇੱਕ ਵਾਰ ਫਿਰ ਫਤਿਹ ਕਰਨ ਤੋਂ ਬਾਅਦ ਹੁਣ ਅਗਲੀ ਅੱਖ ਬਹੁਤੇ ਸਿਆਸੀ ਪੰਡਤ ਦੱਸਦੇ ਨੇ ਕਿ ਉਹਨਾਂ ਦੀ ਦਿੱਲੀ ਵੱਲ ਹੈ। ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਵੀ ਇੱਕ ਹੋਕਾ ਦਿੱਤਾ ਸੀ ਕਿ ਆਓ ਸਾਰੀਆਂ ਸਿਆਸੀ ਧਿਰਾਂ ਇਕੱਠੀਆਂ ਹੋਈਏ ਤੇ ਜੇਕਰ ਭਾਰਤੀ ਜਨਤਾ ਪਾਰਟੀ ਦਾ ਰੱਥ ਰੋਕਣਾ ਚਾਹੁੰਦੇ ਆ ਤਾਂ ਸਾਨੂੰ ਇਕੱਠਿਆਂ ਹੋਣਾ ਪਏਗਾ। ਸ਼ਰਦ ਪਵਾਰ ਦੇ ਨਾਲ ਅੱਜ ਉਹਨਾਂ ਦੀ ਮੁਲਾਕਾਤ ਹੋ ਜਾਣ ਦੀ ਸੰਭਾਵਨਾ ਹੈ। ਉਮੀਦ ਹੈ ਸੋਨੀਆ ਗਾਂਧੀ ਤੇ ਹੋਰਨਾਂ ਦੇ ਨਾਲ ਵੀ ਉਹ ਮੁਲਾਕਾਤ ਕਰਨ। ਤੇ ਅਗਲੀ ਜਿਹੜੀ ਗੱਲ ਹੈ ਉਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ। ਖੁਫੀਆ ਤੰਤਰ, ਸਿੱਖਿਆ ਤੰਤਰ, ਰਾਜਤੰਤਰ, ਲੋਕਤੰਤਰ, ਜਿੰਨੇ ਵੀ ਇਹ ਤੰਤਰ ਨੇ ਚੁਸਤ ਹੋਣੇ ਚਾਹੀਦੇ ਨੇ। ਜਦੋਂ ਢਿੱਲੇ ਪੈ ਜਾਂਦੇ ਨੇ ਸਮਝੋ ਸਮੱਸਿਆਵਾਂ ਆਉਂਦੀਆਂ ਨੇ। ਰਾਹੁਲ ਗਾਂਧੀ ਬੀਤੇ ਸੋਮਵਾਰ ਨੂੰ ਆਪਣੇ ਕੁਝ ਹੋਰ ਸੰਸਥਾ ਦੇ ਨਾਲ ਟਰੈਕਟਰ ਤੇ ਬੈਠ ਕੇ ਟਰੈਕਟਰ ਚਲਾ ਕੇ ਸੰਸਦ ਭਵਨ ਵੱਲ ਆਏ ਸੀ। ਹੁਣ ਪੁਲਿਸ ਇਸ ਗੱਲ ਦੀ ਜਾਂਚ ਵਿੱਚ ਰੁੱਝ ਗਈ ਹੈ ਕਿ ਬਈ ਉੱਥੇ ਟਰੈਕਟਰ ਪਹੁੰਚ ਕਿਵੇਂ ਗਿਆ। ਇਹਦੇ ਵਾਸਤੇ ਦੀ ਜਾਂਚ ਦੇ ਵਾਸਤੇ ਇੱਕ ਟੀਮ ਦਾ ਵੀ ਗਠਨ ਕਰ ਦਿੱਤਾ ਗਿਆ ਹੈ। CCTV ਜਿਹੜੀ ਫੁਟੇਜ ਹੈ, ਕੈਮਰੇ ਨੇ, ਉਹ ਵੀ ਦੇਖੇ ਜਾ ਰਹੇ ਨੇ ਕਿ ਟਰੈਕਟਰ ਇੱਥੋਂ ਤੱਕ ਕਿਵੇਂ ਕਿਹੜੇ ਰਸਤੇ ਰਾਹੀਂ ਪਹੁੰਚਿਆ। ਪਰ ਸੂਤਰ ਦੱਸਦੇ ਆ ਕਿ ਇੱਕ ਕੈਂਟਰ ਸੀ, ਕੈਂਟਰ ਦੇ ਵਿੱਚ ਲੱਦ ਕੇ ਟਰੈਕਟਰ ਲਿਆਂਦਾ ਕਿਉਂਕਿ ਸ਼ਾਇਦ ਕਾਂਗਰਸ ਵਾਲੇ ਜਾਣਦੇ ਸੀ ਕਿ ਦਿੱਲੀ ਪੁਲਿਸ ਅਲਰਟ ਹੋਣੀ ਹੈ, ਵੱਖ-ਵੱਖ ਥਾਵਾਂ ਤੇ ਪੁਲਿਸ ਤਾਇਨਾਤ ਵੀ ਕੀਤੀ ਹੋਣੀ ਹੈ। ਇਸ ਕਰਕੇ ਟਰੈਕਟਰ ਨੂੰ ਹੋ ਸਕਦਾ ਕਿ ਉੱਥੇ ਤੱਕ ਲਿਜਾਣਾ ਮੁਸ਼ਕਲ ਹੋ ਜਾਏ। ਇਸ ਕਰਕੇ ਕੈਂਟਰ ਦੇ ਵਿੱਚ ਚਾੜ ਕੇ ਲਿਆਂਦਾ ਗਿਆ, ਲੁਕੋ ਕੇ ਲਿਆਂਦਾ ਗਿਆ। ਸੰਸਦ ਭਵਨ ਤੋਂ ਤਕਰੀਬਨ 1.5 ਕਿਲੋਮੀਟਰ ਦੀ ਦੂਰੀ ਤੇ ਇੱਕ ਸੈੱਲ ਦੇ ਵਿੱਚ ਖੜਾ ਕੀਤਾ ਗਿਆ। ਉੱਥੇ ਹੀ ਫਿਰ ਇਹਦੇ ਉੱਤੇ ਹੋਰਡਿੰਗ ਵਗੈਰਾ ਲਗਾਏ ਗਏ। ਫਿਰ ਰਾਹੁਲ ਗਾਂਧੀ ਆਪਣੇ ਹੋਰ ਸੰਸਦ ਮੈਂਬਰਾਂ ਦੇ ਸਮੇਤ ਟਰੈਕਟਰ ਨੂੰ ਚਲਾ ਕੇ ਸੰਸਦ ਭਵਨ ਵੱਲ ਰਵਾਨਾ ਹੋਏ। ਸੂਤਰਾਂ ਦੇ ਮੁਤਾਬਕ ਟਰੈਕਟਰ ਨੂੰ ਪੁਲਿਸ ਨੇ ਮੋਤੀ ਲਾਲ ਨਹਿਰੂ ਮਾਰਗ ਸੁਨਾਰੀ ਬਾਗ ਤੇ ਮੋੜ ਲਿਆ ਸੀ, ਰੋਕ ਲਿਆ ਸੀ। ਫਿਰ ਉਹਨੂੰ ਰਫੀ ਮਾਰਗ ਤੇ ਲਿਜਾਇਆ ਗਿਆ। ਉਸ ਤੋਂ ਬਾਅਦ ਰੇਲਵੇ ਦੀ ਇੱਕ ਇਮਾਰਤ ਤੋਂ ਰੈੱਡ ਕਰਾਸ ਰੋਡ ਦੇ ਰਾਹੀਂ ਸੰਸਦ ਭਵਨ ਦੇ ਨੇੜੇ ਲਿਆਂਦਾ ਗਿਆ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ, ਜੇ ਹੁਣ ਪੁਲਿਸ ਨੇ ਇੱਕ ਟੀਮ ਵੀ ਗਠਿਤ ਕਰ ਦਿੱਤੀ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਟਰੈਕਟਰ ਉੱਥੇ ਤੱਕ ਕਿਵੇਂ ਆ ਗਿਆ। ਟਰੈਕਟਰ ਕੋਈ ਜੇਬ 'ਚ ਪਾ ਕੇ ਲਿਆਉਣ ਵਾਲੀ ਤਾਂ ਚੀਜ਼ ਨਹੀਂ, ਕੋਈ ਇਹ ਤਾਂ ਹੈ ਨਹੀਂ ਕੋਈ ਮੂੰਹ 'ਚ ਪਾ ਕੇ ਲਾਇਆ ਭਾਈ ਉੱਥੇ ਕੱਢ ਕੇ ਦੇਖੋ ਮੈਂ ਜੇਬ 'ਚ ਪਾਈ ਫਿਰਦਾ। ਜੇ ਪੁਲਿਸ ਨੂੰ ਇੱਕ ਟਰੈਕਟਰ ਦਾ ਪਤਾ ਨਹੀਂ ਲੱਗ ਰਿਹਾ। ਬੀਤੇ ਦਿਨਾਂ ਦੇ ਵਿੱਚ ਕਈ ਵਾਰੀ ਆਪਾਂ ਜ਼ਿਕਰ ਕੀਤਾ ਕਿ 26 ਜਨਵਰੀ ਵਾਲੇ ਦਿਨ ਇਹ ਨਹੀਂ ਪਤਾ ਲੱਗਾ ਕਿ ਬੈਰੀਕੇਡ ਟੱਪ ਕੇ ਲਾਲ ਕਿਲੇ ਤੱਕ ਲੋਕ ਕਿਵੇਂ ਪਹੁੰਚ ਗਏ। ਲਾਲ ਕਿਲੇ ਤੱਕ ਪਹੁੰਚ ਗਏ, ਇਹ ਨਹੀਂ ਪਤਾ ਲੱਗਾ ਕਿ ਅੰਦਰ ਕਿਵੇਂ ਪਹੁੰਚ ਗਏ। ਉਹ ਭਾਈ ਕੁੰਭ ਕਰਨੀ ਨੀਂਦ ਸੁੱਤੇ ਪਏ ਹੋ, ਤੁਹਾਡਾ ਤੰਤਰ ਖੁਫੀਆ ਹੈ ਜਾਂ ਤੁਸੀਂ ਕੰਮ ਹੀ ਨਹੀਂ ਕਰ ਰਹੇ। ਇਹੋ ਜਿਹੇ ਲੋਕਾਂ ਦੀ ਕਲਾਸ ਲੱਗਣੀ ਚਾਹੀਦੀ ਹੈ ਕਿ ਜੇਕਰ ਆਖਿਆ ਹੋਇਆ ਕਿ ਆਹ ਚੀਜ਼ਾਂ ਭਾਈ ਸੰਸਦ ਦੇ ਨੇੜੇ ਆ ਨਾ ਸਕਣ, ਉਹ ਫਿਰ ਵੀ ਲੈ ਆਉਂਦੇ ਨੇ। ਤੇ ਕਿਵੇਂ ਲੈ ਆਉਂਦੇ ਨੇ? ਬਹੁਤ ਵੱਡਾ ਸਵਾਲ ਹੈ। ਇਹਦੇ ਨਾਲ ਤਾਂ ਮੈਨੂੰ ਲੱਗਦਾ ਕਿ ਖੁਫੀਆ ਤੰਤਰ ਕਿਸਾਨਾਂ ਦਾ ਚੰਗਾ ਹੈ। ਅੱਜ ਆਪਾਂ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਉਹ ਮਕੇਰੀਆਂ ਵਾਲੇ ਪਾਸੇ ਭਾਜਪਾ ਦੇ ਕੁਝ ਆਗੂਆਂ ਨੇ ਜਾਣਾ ਸੀ। ਉਹਨਾਂ ਵਿੱਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਨਾਮ ਵੀ ਸੀ, ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵੀ ਸੀ। ਆਗੂ ਪਹੁੰਚੇ ਨਹੀਂ ਸੀ, ਉਹਨਾਂ ਨੂੰ ਪਤਾ ਲੱਗ ਗਿਆ ਸੀ, ਪਹਿਲਾਂ ਖੜੇ ਸੀ। ਕਹਿਣ ਦਾ ਭਾਵ ਤੰਤਰ ਇਹੋ ਜਿਹਾ ਚਾਹੀਦਾ ਹੈ ਕਿ ਪਤਾ ਲੱਗੇ ਕਿ ਕੌਣ ਕਿੱਥੇ ਕੀ ਕਰ ਰਿਹਾ ਤੇ ਕੀ ਕਰਨ ਜਾ ਰਿਹਾ ਹੈ। ਅਗਲੀ ਖਬਰ ਵੀ ਕਿਸਾਨੀ ਦੇ ਨਾਲ ਸੰਬੰਧਿਤ ਖਬਰ ਹੈ। ਲੋਕ ਸਭਾ ਦੇ ਵਿੱਚ ਦਰਅਸਲ ਇੱਕ ਸਵਾਲ ਪੁੱਛਿਆ ਗਿਆ। ਉਸ ਸਵਾਲ ਦਾ ਜਵਾਬ ਦਿੱਤਾ ਕੇਂਦਰੀ ਵਿੱਤ ਰਾਜ ਮੰਤਰੀ ਨੇ ਕਿ ਭਾਈ ਕਿਸਾਨਾਂ ਦਾ ਕਰਜ਼ਾ ਤੁਸੀਂ ਮੁਆਫ ਕਰਨਾ ਹੈ। ਕਿਸਾਨ ਖੁਦਕੁਸ਼ੀਆਂ ਕਰੀ ਜਾ ਰਿਹਾ ਹੈ, ਕਿਸਾਨ ਵਿਚਾਰਾ ਔਖਾ ਬਹੁਤ ਹੈ, ਦੱਸੋ। ਉਹ ਕਹਿੰਦੇ ਵੀ ਦੇਖੋ ਜਿਹੜਾ ਇਹ ਕਰਜ਼ ਮੁਆਫੀ ਵਾਲਾ ਤੁਸੀਂ ਸਵਾਲ ਪੁੱਛਿਆ, ਮੈਂ ਇਹਦਾ ਜਵਾਬ ਇਹ ਦਿੰਦਾ ਕਿ ਕਰਜ਼ਾ ਮੁਆਫੀ ਤੇ ਵਿਚਾਰ ਕਰਨ ਦੀ ਸਰਕਾਰ ਦੀ ਕੋਈ ਸੰਭਾਵਨਾ ਨਹੀਂ। ਇਹਦੇ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ। ਹੁਣ ਤੁਸੀਂ ਵੇਖੋ ਕਿ ਪੰਜਾਬ ਤੇ ਕੁਝ ਹੋਰ ਰਾਜ ਨੇ, ਉੱਥੋਂ ਦੀਆਂ ਸਰਕਾਰਾਂ ਨੇ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਵਾਅਦਾ ਵੀ ਕੀਤਾ ਹੋਇਆ ਹੈ। ਮੰਤਰੀ ਨੇ ਇਹ ਦੱਸ ਦਿੱਤਾ ਕਿ ਪੂਰੇ ਮੁਲਕ ਦੇ ਵਿੱਚ ਕਿਸਾਨਾਂ ਦੇ ਬੈਂਕਾਂ ਦੇ ਵਿੱਚ 13 ਕਰੋੜ ਤੇ 85 ਲੱਖ ਦੇ ਲਗਭਗ ਖਾਤੇ ਹੈ ਅਤੇ ਕਿਸਾਨਾਂ ਦੇ ਉੱਪਰ 16.85 ਲੱਖ ਕਰੋੜ ਰੁਪਏ ਦੇ ਸੰਸਥਾਗਤ ਕਰਜ਼ੇ ਹੈ। ਇਹ ਉਹ ਕਰਜ਼ੇ ਹੁੰਦੇ ਆ ਜਿਹੜੇ ਬੈਂਕਾਂ ਦੇ ਨੇ।
सहकारी ਸਮਿਤੀਆਂ ਦੇ ਨੇ ਜਾਂ ਹੋਰ ਸੰਸਥਾਵਾਂ ਤੋਂ ਲਏ ਹੋਏ ਨੇ, ਉਹ ਇੰਨੇ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਨੇ। ਪਰ ਇਹਨਾਂ ਕਰਜ਼ਿਆਂ ਦਾ ਜਿਨ੍ਹਾਂ ਦਾ ਮੰਤਰੀ ਸਾਹਿਬ ਨੇ ਜ਼ਿਕਰ ਕੀਤਾ, ਪ੍ਰਾਈਵੇਟ ਕਰਜ਼ੇ ਦਾ ਕੋਈ ਅਨੁਮਾਨ ਇਹਦੇ ਵਿੱਚ ਸ਼ਾਮਲ ਨਹੀਂ। ਭਾਵ ਜਿਹੜੇ ਪ੍ਰਾਈਵੇਟ ਕਰਜ਼ ਲਾਏ ਹੋਏ ਨੇ, ਆੜਤੀਆਂ ਤੋਂ ਲਾਏ ਹੋਏ ਨੇ ਜਾਂ ਕਿਤੋਂ ਹੋਰ ਲਾਏ ਹੋਏ ਨੇ, ਕਿਸੇ ਸ਼ਾਹੂਕਾਰ ਤੋਂ ਲਾਏ ਹੋਏ ਨੇ, ਉਹ ਇਸ ਕਰਜ਼ੇ ਵਿੱਚ ਸ਼ਾਮਲ ਨਹੀਂ। ਪੰਜਾਬ ਦੇ ਕਿਸਾਨਾਂ ਦੇ 21 ਕਰੋੜ ਤੇ 49 ਲੱਖ ਖਾਤੇ ਨੇ। ਉਸ ਆਧਾਰ ਤੇ 71,305 ਕਰੋੜ ਰੁਪਏ ਦਾ ਕਰਜ਼ ਦੱਸਿਆ ਗਿਆ। ਹਰਿਆਣਾ ਦੇ ਕਿਸਾਨਾਂ ਦੇ ਉੱਤੇ ਜਿਹੜੇ ਬੈਂਕਾਂ ਦੇ ਵਿੱਚ ਖਾਤੇ ਨੇ ਉਹਨਾਂ ਦੇ ਉਹਦੇ ਮੁਤਾਬਕ 78,311 ਕਰੋੜ ਰੁਪਏ ਦੇ ਹਰਿਆਣੇ ਦੇ ਕਿਸਾਨ ਕਰਜ਼ਦਾਰ ਨੇ। ਹੁਣ ਤੁਸੀਂ ਦੇਖੋ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਸਮੁੱਚਾ ਕਰਜ਼ ਮਾਫ ਕਰਨ ਦਾ ਸਾਲ 2017 ਦੀਆਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਤੇ 2017 ਦੇ ਵਿੱਚ ਕਿਸਾਨਾਂ ਦੇ ਸਿਰ 73,770 ਕਰੋੜ ਰੁਪਏ ਦਾ ਸੰਸਥਾਗਤ ਕਰਜ਼ ਸੀ। ਸਰਕਾਰ ਮੁਤਾਬਕ ਹੁਣ ਤੱਕ 5,64,000 ਕਿਸਾਨਾਂ ਦੇ 4,624 ਕਰੋੜ ਰੁਪਏ ਦੇ ਕਰਜ਼ ਮੁਆਫ ਕੀਤੇ ਗਏ ਹੈ ਅਤੇ ਇਹ ਵਾਅਦਾ ਪੰਜਾਬ ਸਰਕਾਰ ਲਈ ਇੱਕ ਵੱਡੀ ਚੁਣੌਤੀ ਤੇ ਵੱਡੀ ਸਿਰਦਰਦੀ ਵੀ ਬਣਿਆ ਹੈ ਕਿ ਲੋਕ ਪੁੱਛਦੇ ਹੈ ਕਿ ਤੁਸੀਂ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੇ ਕਰਜ਼ ਮੁਆਫ ਕਰੋਗੇ। ਕੇਂਦਰ ਸਰਕਾਰ 2022 ਦੇ ਵਿੱਚ ਕਿਸਾਨਾਂ ਦੀ ਕਹਿੰਦੇ ਆਮਦਨ ਅਸੀਂ ਦੁੱਗਣੀ ਕਰ ਰਹੀ ਹੈ, ਕਿਉਂਕਿ ਦੁੱਗਣੀ ਕਰਦੇ ਵਾਰ-ਵਾਰ ਉਹ ਦਾਅਵੇ ਕਰ ਰਹੇ ਨੇ। ਜਦੋਂ ਵੀ ਉਹਨਾਂ ਨੂੰ ਕੋਈ ਪੁੱਛਦਾ ਕਿ ਆ ਜਿਹੜੇ ਤਿੰਨੇ ਖੇਤੀ ਸੁਧਾਰ ਕਾਨੂੰਨ ਬਣਾਤੇ ਰੱਦ ਕਰ ਦਿਓ, ਉਹ ਕਹਿੰਦੇ ਲੈ ਰੱਦ ਕਰ ਦਈਏ, ਇਹਦੇ ਨਾਲ ਤਾਂ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ। ਭਾਵ 2022 ਤੱਕ ਕੇਂਦਰ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ। ਹੁਣ ਜੇ ਇਹਦੇ ਤੇ ਨਜ਼ਰ ਮਾਰੀਏ, ਜੇਕਰ ਡੀਜ਼ਲ ਦੀ, ਖਾਦਾਂ ਦੀ, ਕੀਟਨਾਸ਼ਕਾਂ ਦੀ ਜੇ ਇਹ ਕੀਮਤ ਲਗਾਤਾਰ ਵਧ ਰਹੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਆਮਦਨ ਦੇ ਵਿੱਚ ਗਿਰਾਵਟ ਆਉਣੀ ਹੈ, ਕਿਉਂਕਿ ਆਹ ਖਰਚੇ ਵੀ ਤਾਂ ਕਿਸਾਨਾਂ ਦੇ ਇਹਦੇ ਤੇ ਹੋ ਰਹੇ ਹੈ। ਤੇ ਦੂਸਰੇ ਪਾਸੇ ਜਿੱਥੇ ਇੱਕ ਪਾਸੇ ਸਰਕਾਰ ਇਹ ਕਹਿੰਦੀ ਹੈ ਕਿ ਨਹੀਂ ਕਿਸਾਨਾਂ ਦੇ ਕਰਜ਼ ਮੁਆਫ ਕਰਨ ਵਾਸਤੇ ਅਸੀਂ ਸੋਚਿਆ ਵੀ ਨਹੀਂ, ਕੋਈ ਤਜਵੀਜ਼ ਵੀ ਨਹੀਂ, ਕੋਈ ਵਿਚਾਰ ਨਹੀਂ, ਪਰ ਤਸਵੀਰ ਤਾਂ ਦੂਸਰਾ ਪਾਸਾ ਇਹ ਹੈ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਨੂੰ ਨਾ ਮੋੜੇ ਜਾ ਸਕਣ ਵਾਲਾ ਕਰਜ਼ਾ, ਜਿਸ ਨੂੰ NPA ਕਹਿੰਦੇ ਆ, ਉਹ ਆ ਕੇ ਮੁਆਫ ਕਰਨ ਬਾਰੇ ਫੈਸਲੇ ਵੀ ਲੈ ਚੁੱਕੀ ਹੈ। ਸਾਲ 2008-9 ਤੋਂ 2014-15 ਦੇ 5 ਲੱਖ ਕਰੋੜ ਰੁਪਏ ਦੇ ਨਾ ਮੋੜ ਸਕਣ ਵਾਲੇ ਕਰਜ਼ੇ NPA 2014-15 ਤੋਂ 2019-20 ਦੇ ਸਮੇਂ ਦੌਰਾਨ ਵੱਧ ਕੇ 18.28 ਲੱਖ ਕਰੋੜ ਰੁਪਏ ਹੋ ਗਏ। ਬੀਤੇ 6 ਸਾਲਾਂ ਦੇ ਦੌਰਾਨ 6 ਕਰੋੜ 84 ਲੱਖ ਦੇ ਅਜਿਹੇ ਕਰਜ਼ ਮੁਆਫ ਕੀਤੇ ਜਾ ਚੁੱਕੇ ਹੈ ਕਿ ਜਿਹਦੇ ਕਰਕੇ ਹੁਣ ਕਿਸਾਨ ਸੋਚਦੇ ਆ ਕਿ ਸਾਡਾ ਕਰਜ਼ਾ ਕੌਣ ਮੁਆਫ ਕਰੂ। ਸਰਕਾਰ ਕਹਿੰਦੀ ਸਾਡੇ ਕੋਲ ਪੈਸਾ ਨਹੀਂ। ਜਦੋਂ ਕਿਸਾਨਾਂ ਦੇ ਕਰਜ਼ੇ ਬਾਬਤ ਸਰਕਾਰ ਕਹਿੰਦੀ ਸਾਡੇ ਕੋਲ ਪੈਸਾ ਨਹੀਂ, ਫਿਰ ਕਿਸਾਨਾਂ ਦੇ ਸੰਘ ਦੇ ਹੇਠੋਂ ਇਹ ਗੱਲ ਲੰਘ ਨਹੀਂ ਰਹੀ ਕਿ ਕਾਰਪੋਰੇਟ ਘਰਾਣਿਆਂ ਦੇ ਕਰਜ਼ ਮੁਆਫ ਕੀਤੇ ਜਾ ਰਹੇ ਹੈ। ਉਹਨਾਂ ਨੂੰ ਕਹਿੰਦੇ ਨੇ ਕਿ ਕਰਜ਼ੇ ਮੋੜੇ ਨਹੀਂ ਜਾ ਸਕਦੇ ਤੇ ਉਸ ਖਾਤੇ 'ਚ ਪਾਇਆ ਜਾ ਰਿਹਾ, ਵੱਟੇ ਖਾਤੇ ਪਾਏ ਜਾ ਰਹੇ ਨੇ। ਤੇ ਦੂਸਰੇ ਪਾਸੇ ਕਿਸਾਨ ਤੇ ਮਜ਼ਦੂਰ ਕਰਜ਼ੇ ਦੇ ਕਾਰਨ ਖੁਦਕੁਸ਼ੀਆਂ ਵੀ ਕਰੀ ਜਾ ਰਹੇ ਨੇ। ਤੇ ਜਦੋਂ ਉਹ ਕਿਸਾਨ ਸੋਚਦਾ ਕਿ ਕੀ ਅਸੀਂ ਇਸ ਮੁਲਕ ਦੇ ਸ਼ਹਿਰੀ ਨਹੀਂ, ਅਸੀਂ ਤਾਂ ਅੰਨਦਾਤੇ ਖਵਾਉਣ ਵਾਲੇ ਲੋਕ ਹਾਂ। ਤੇ ਦੂਸਰੇ ਪਾਸੇ ਇਹਨਾਂ ਵਰਗਾਂ ਦਾ ਇੱਕ ਵੱਡਾ ਹਿੱਸਾ ਬੈਂਕ ਦਾ ਕਰਜ਼ਾ ਨਾ ਮਿਲਣ ਕਰਕੇ ਸ਼ਾਹੂਕਾਰਾਂ ਤੋਂ ਮਹਿੰਗੇ ਵਿਆਜ ਤੇ ਕਰਜ਼ਾ ਲੈਣ ਵਾਸਤੇ ਮਜਬੂਰ ਹੈ, ਜਿਹੜਾ ਅੱਗੇ ਚੱਲ ਕੇ ਉਹਨਾਂ ਦੀ ਜਾਨ ਦਾ ਖੌਅ ਵੀ ਬਣਦਾ ਹੈ। ਇਹ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਤੇ ਵਿਚਾਰਨਯੋਗ ਘਟਨਾ ਹੈ। ਅਗਲੀ ਖਬਰ ਹੈ ਬੇਅਦਬੀ ਮਾਮਲੇ ਨਾਲ ਸੰਬੰਧਿਤ ਖਬਰ ਹੈ। ਸਿੱਟ ਨੂੰ ਇੱਕ ਵੱਡਾ ਤੇ ਕਰਾਰਾ ਝਟਕਾ ਮਿਲ ਗਿਆ। ਅਕਸਰ ਇਸ ਤਰ੍ਹਾਂ ਦੇ ਝਟਕੇ ਮਿਲਦੇ ਨਹੀਂ ਹੁੰਦੇ, ਪਰ ਇੱਕ ਤੋਂ ਬਾਅਦ ਇੱਕ ਦੂਸਰਾ ਝਟਕਾ ਲੱਗ ਗਿਆ। ਬੇਅਦਬੀ ਮਾਮਲੇ ਤੋਂ ਬਾਅਦ ਹੁਣ ਵਿਵਾਦਤ ਪੋਸਟਰ ਮਾਮਲੇ ਦੇ ਵਿੱਚ ਵੀ ਸਿੱਟ ਨੂੰ ਝਟਕਾ ਲੱਗ ਗਿਆ। FIR ਹੈ 117/2015। ਇਹਦੇ ਵਿੱਚ ਨਾਮਜ਼ਦ ਡੇਰਾ ਪ੍ਰੇਮੀਆਂ ਨੂੰ ਫਰੀਦਕੋਟ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ 'ਚ ਸਿੱਟ ਦੇ ਵੱਲੋਂ ਸ਼ਕਤੀ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ ਅਤੇ ਨਾਲ ਸੁਖਜਿੰਦਰ ਉਰਫ ਸਨੀ ਕੰਡਾ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਤੇ ਹੁਣ FIR ਨੰਬਰ 128/2015 ਅਤੇ FIR ਨੰਬਰ 117/2015 ਦੋਵਾਂ ਮਾਮਲਿਆਂ ਦੇ ਵਿੱਚ ਜ਼ਮਾਨਤ ਦੇ ਦਿੱਤੀ ਗਈ ਹੈ। ਹੁਣ ਇਹਨਾਂ ਡੇਰਾ ਪ੍ਰੇਮੀਆਂ ਦੀ ਰਿਹਾਈ ਦਾ ਰਸਤਾ ਮੁਕੰਮਲ ਤੌਰ ਤੇ ਸਾਫ਼ ਹੈ। ਚਾਰੇ ਦੋਸ਼ੀ ਨਿਆਇਕ ਹਿਰਾਸਤ ਦੇ ਚਲਦਿਆਂ ਫਰੀਦਕੋਟ ਜੇਲ੍ਹ ਦੇ ਵਿੱਚ ਇਸ ਵਕਤ ਬੰਦ ਨੇ। ਦੱਸਣਾ ਬਣਦਾ ਕਿ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੀ ਇੱਕ ਕੰਧ ਤੇ ਹੱਥ ਨਾਲ ਲਿਖੇ ਕੁਝ ਭੜਕਾਊ ਤੇ ਵਿਵਾਦਤ ਪੋਸਟਰ ਲੱਗੇ ਸੀ। ਉਹਨਾਂ ਦੇ ਸਬੰਧ ਦੇ ਵਿੱਚ ਬਾਜਾਖਾਨਾ ਥਾਣਾ ਦੇ ਵਿੱਚ 25 ਸਤੰਬਰ ਤੇ 2015 ਨੂੰ FIR ਨੰਬਰ 117 ਦਰਜ ਹੋਈ ਸੀ
ਤੇ ਸਿੱਟ ਨੇ ਅਦਾਲਤ ਤੋਂ ਇਸ ਮਾਮਲੇ ਦੇ ਵਿੱਚ 2 ਡੇਰਾ ਪ੍ਰੇਮੀਆਂ ਸ਼ਕਤੀ ਸਿੰਘ ਡੱਗੋ ਰਮਾਣਾ ਅਤੇ ਰਣਜੀਤ ਸਿੰਘ ਭੋਲਾ ਦਾ ਰਿਮਾਂਡ ਲੈ ਲਿਆ ਸੀ। ਇੱਥੇ ਇਹ ਦੱਸਣਾ ਬੜਾ ਲਾਜ਼ਮੀ ਹੈ ਕਿ ਬਰਗਾੜੀ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਦੇ ਉੱਤੇ ਹੱਥ ਲਿਖਤ ਪੋਸਟਰਾਂ ਉੱਪਰ ਅਪਮਾਨਜਨਕ ਸ਼ਬਦਾਵਲੀ ਲਿਖੀ ਹੋਈ ਸੀ। ਇਹ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਲਿਖਿਆ ਹੋਇਆ ਸੀ ਕਿ ਪ੍ਰੇਮੀਆਂ ਨੇ ਪ੍ਰਵਾਨ ਕੀਤਾ ਕਿ ਤੁਸੀਂ ਸਾਡੇ ਬਾਬੇ ਦੀ MSC ਫਿਲਮ ਨਹੀਂ ਚੱਲਣ ਦਿੱਤੀ, ਅਸੀਂ ਤੁਹਾਡਾ ਵੱਡਾ ਗੁਰੂ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਨੂੰ ਲੱਭਣ ਵਾਲੇ ਨੂੰ ਅਸੀਂ ਡੇਰਾ ਸਲਾਬਤਪੁਰਾ ਵਿੱਚ 10 ਲੱਖ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕਰਾਂਗੇ। ਜੇਕਰ ਸਾਡੇ ਬਾਬੇ ਦੀ ਫਿਲਮ ਦੇ ਵਿੱਚ ਵਿਘਨ ਪਾਇਆ ਤਾਂ ਅਸੀਂ ਤੁਹਾਡੇ ਸਾਰੇ ਗ੍ਰੰਥ ਸਾੜ ਦਿਆਂਗੇ। ਜਿਹੜਾ ਤੁਹਾਡਾ ਵੱਡਾ ਗੁਰੂ ਆਪਣਾ ਬਚਾਅ ਨਹੀਂ ਕਰ ਸਕਿਆ, ਉਹ ਕਿਸੇ ਹੋਰ ਦਾ ਬਚਾਅ ਕਿਵੇਂ ਕਰੇਗਾ। ਹੁਣ ਦੇਖੋ, ਆਹ ਜਿਹੜੀ ਗੱਲ ਸੀ, ਇਸ ਗੱਲ ਨੂੰ ਆਧਾਰ ਬਣਾ ਕੇ ਡੇਰਾ ਪ੍ਰੇਮੀ ਗ੍ਰਿਫਤਾਰ ਵੀ ਕੀਤੇ ਗਏ, ਨਾਮਜ਼ਦ ਵੀ ਕੀਤੇ ਗਏ, ਚਲਾਨ ਵੀ ਪੇਸ਼ ਕੀਤੇ ਗਏ। ਪਰ 2 ਮਾਮਲਿਆਂ ਦੇ ਵਿੱਚ ਇਹਨਾਂ ਨੂੰ ਜ਼ਮਾਨਤ ਮਿਲ ਗਈ ਹੈ। ਪਰ ਹੁਣ ਇਹ ਵੀ ਹੋ ਸਕਦਾ ਕਿ ਡੇਰਾ ਪ੍ਰੇਮੀ ਅਤੇ ਉਹਨਾਂ ਦਾ ਵਕੀਲ ਤਰਕ ਦੇ ਰਿਹਾ ਕਿ ਹੋ ਸਕਦਾ ਹੈ ਕਿ ਸਾਡਾ ਨਾਮ ਵਰਤ ਕੇ ਕਿਸੇ ਹੋਰ ਦੋਖੀ ਬੰਦੇ ਨੇ ਇਹ ਕੰਮ ਕਰ ਦਿੱਤਾ ਹੋਵੇ। ਜਿਹਨੇ ਕੀਤਾ ਕਿਹਨੇ ਨਹੀਂ ਕੀਤਾ, ਇਹ ਫੈਸਲਾ ਤਾਂ ਕਰਨਾ ਹੈ ਅਦਾਲਤ ਨੇ। ਪਰ ਇੱਕ ਗੱਲ ਤਾਂ ਮੰਨਣੀ ਪਊ, ਕਿਸੇ ਨੇ ਕੀਤਾ ਜ਼ਰੂਰ ਹੈ, ਕਿਸੇ ਨੇ ਕਰਵਾਇਆ ਜ਼ਰੂਰ ਹੈ, ਕਿਸੇ ਦੀ ਸ਼ਹਿ ਤੇ ਹੋਇਆ ਵੀ ਹੈ, ਗੋਲੀ ਵੀ ਚੱਲੀ ਹੈ ਤੇ ਫਿਰ 2 ਜਾਨਾਂ ਵੀ ਗਈਆਂ ਨੇ। ਤੇ ਸਾਰਾ ਕੁਝ 2015 ਤੋਂ ਲੈ ਕੇ ਕਦੇ ਇਹ ਘਟਨਾ ਤੂਲ ਫੜ ਲੈਂਦੀ ਹੈ ਮਾਮਲਾ ਕਿ ਹੁਣ ਇਨਸਾਫ ਮਿਲੂ, ਹੁਣ ਇਨਸਾਫ ਮਿਲੂ, ਕਦੇ ਸਿੱਟ ਬਣ ਜਾਂਦੀ ਹੈ, ਕਦੇ ਖਾਰਜ ਹੋ ਜਾਂਦੀ ਹੈ। ਲੋਕ ਹਾਲੇ ਵੀ ਇਨਸਾਫ ਦੀ ਉਡੀਕ ਵਿੱਚ ਨੇ ਅਤੇ ਇਸ ਮਾਮਲੇ ਦੇ ਕਾਰਨ 2017 ਦੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਤੇ ਹੁਣ ਵੇਖਦੇ ਹਾਂ ਕਿ 2022 ਦੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਦਾ ਹਸ਼ਰ ਕੀ ਹੁੰਦਾ ਹੈ, ਕਿਉਂਕਿ 2017 ਦੀ ਚੋਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਨਸਾਫ ਤੁਹਾਨੂੰ ਬੇਅਦਬੀਆਂ ਦਾ ਲੈ ਕੇ ਦੇਵਾਂਗੇ। ਤੇ ਅੱਜ ਹੀ ਤੁਹਾਡੇ ਨਾਲ ਪ੍ਰੋਗਰਾਮ ਵਿੱਚ ਜ਼ਿਕਰ ਕੀਤਾ ਸੀ ਕਿ 5 ਨੁਕਤੇ ਲਿਖੇ ਨੇ ਨਵਜੋਤ ਸਿੰਘ ਸਿੱਧੂ ਨੇ ਇੱਕ ਚਿੱਠੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ, ਉਹ ਚਿੱਠੀ ਹਵਾਲੇ ਕੀਤੀ ਹੈ। ਉਹਦੇ ਵਿੱਚ ਆ ਬੇਅਦਬੀ ਦੀਆਂ ਘਟਨਾਵਾਂ ਦੇ ਇਨਸਾਫ ਦੀ ਮੰਗ ਵੀ ਕੀਤੀ ਗਈ ਹੈ। ਇੱਕ ਅਹਿਮ ਮੁੱਦਾ ਉਹ ਕਹਿੰਦੇ ਸੀ ਇਹ ਸਾਨੂੰ ਇਨਸਾਫ ਲੈ ਕੇ ਦੇਣਾ ਪਊਗਾ। ਅਗਲੀ ਜਿਹੜੀ ਖਬਰ ਹੈ ਉਹ ਕਿਸਾਨੀ ਮੋਰਚੇ ਨਾਲ ਸੰਬੰਧਿਤ ਹੈ, ਸ਼ਹੀਦ ਹੋਏ ਪਰਿਵਾਰਾਂ ਦੇ ਨਾਲ ਸੰਬੰਧਿਤ ਹੈ, ਕਿਉਂਕਿ ਬਹੁਤ ਸਾਰੇ ਪਰਿਵਾਰਾਂ ਦੇ ਜਿਹੜੇ ਕਾਮੇ ਸਨ, ਪਰਿਵਾਰਕ ਮੈਂਬਰ ਸਨ, ਮੋਢੀ ਸਨ, ਮੁਖੀ ਸਨ, ਆਪਣੀਆਂ ਜਾਨਾਂ ਸੰਘਰਸ਼ ਦੇ ਲੇਖੇ ਲਾ ਗਏ। ਹੁਣ ਇਸ ਸੰਘਰਸ਼ ਦੇ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਦੀ ਪ੍ਰਕਿਰਿਆ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਮੁਕੰਮਲ ਕਰ ਲਈ ਹੈ। ਭਾਵੇਂ ਕਿ ਮਰਨ ਵਾਲਿਆਂ ਦੀ ਗਿਣਤੀ, ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਗਿਣਤੀ 500 ਨੂੰ ਟੱਪ ਚੁੱਕੀ ਹੈ, ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 220 ਸ਼ਹੀਦਾਂ ਦੇ ਪਰਿਵਾਰਾਂ ਦੀ ਪਹਿਚਾਣ ਕਰ ਚੁੱਕੀ ਹੈ। ਮਾਲ ਤੇ ਪੁਨਰਵਾਸ ਮਹਿਕਮੇ ਰਾਹੀਂ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਇੱਕ ਯੋਗ ਮੈਂਬਰ ਨੂੰ ਨੌਕਰੀ ਦੇਣ ਦਾ ਉਹਨਾਂ ਨੇ ਫੈਸਲਾ ਕੀਤਾ ਹੈ। ਜਾਣਕਾਰੀ ਮਿਲੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੌਕਰੀਆਂ ਦੇ ਵਾਸਤੇ ਖੁਦ ਨਿਯੁਕਤੀ ਪੱਤਰ ਦੇਣ। 220 ਪਰਿਵਾਰਾਂ ਦੇ ਵਿੱਚੋਂ ਇੱਕ ਯੋਗ ਮੈਂਬਰ ਨੂੰ ਉਹਦੀ ਯੋਗਤਾ ਦੇ ਮੁਤਾਬਕ ਸਰਕਾਰ ਦੇ ਵੱਖੋ-ਵੱਖ ਮਹਿਕਮਿਆਂ ਦੇ ਵਿੱਚ ਨੌਕਰੀ ਦਿੱਤੀ ਜਾ ਸਕਦੀ ਹੈ। ਹੁਣ ਸਰਕਾਰ ਮੋਰਚੇ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਪਰਿਵਾਰਾਂ ਦੇ ਜੀਆਂ ਨੂੰ ਇਹ ਵੀ ਦੱਸ ਚੁੱਕੀ ਸੀ ਕਿ ਜਿਸ ਪਰਿਵਾਰ ਦਾ ਜੀ ਆਪਣੀ ਜਾਨ ਕੁਰਬਾਨ ਕਰ ਗਿਆ, 5-5 ਲੱਖ ਰੁਪਏ ਦਾ ਮੁਆਵਜ਼ਾ ਉਹਦੇ ਪਰਿਵਾਰਕ ਜੀਆਂ ਦੇ ਹਵਾਲੇ ਕੀਤਾ ਜਾਊਗਾ। ਪਰ ਬਹੁਤ ਸਾਰੇ ਪਰਿਵਾਰਾਂ ਦੇ ਨਾਲ ਗੱਲਬਾਤ ਹੋਈ ਆ, ਉਹ ਕਹਿੰਦੇ ਸਾਡੇ ਤੱਕ ਨਾ ਤਾਂ ਕੋਈ ਮਾਲ ਵਿਭਾਗ ਦਾ ਬੰਦਾ ਪਹੁੰਚਿਆ, ਫਿਰ ਮੁਆਵਜ਼ਾ ਕਿੱਥੋਂ ਮਿਲਣਾ ਸੀ। ਕਈਆਂ ਥਾਵਾਂ ਤੇ ਇਹ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਜਥੇਬੰਦੀਆਂ ਨੂੰ ਕਈ ਦਿਨ ਲਾਸ਼ ਰੱਖ ਕੇ SDM ਜਾਂ DC ਦੇ ਦਫ਼ਤਰਾਂ ਦੇ ਸਾਹਮਣੇ ਘਰਾਓ ਤੇ ਧਰਨੇ ਮਾਰਨੇ ਪਏ ਸੀ, ਫਿਰ ਕਿਤੇ ਜਾ ਕੇ ਗੱਲ ਬਣੀ ਸੀ। ਪਰ ਵੇਖਦੇ ਹਾਂ ਕਿ ਜਿੰਨੇ ਵੀ ਲੋਕ ਆਪਣੀ ਸ਼ਹਾਦਤ ਦੇ ਚੁੱਕੇ ਆ, ਜਾਨ ਕੁਰਬਾਨ ਕਰ ਚੁੱਕੇ, ਕਿ ਸਾਰਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਅਤੇ ਕੀ ਇੱਕ ਸਰਕਾਰੀ ਨੌਕਰੀ ਮਿਲਦੀ ਹੈ। ਆ 220 ਦਾ ਪਤਾ ਲੱਗਿਆ, ਤੁਹਾਡੇ ਸਾਹਮਣੇ ਰੱਖ ਦਿੱਤਾ ਹੈ। ਬਾਕੀ ਜਿਹੜੇ ਰਹਿੰਦੇ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਕੀ ਕਰਦੀ ਹੈ, ਜਿਉਂ ਖਬਰ ਮਿਲੀ ਤੁਹਾਡੇ ਸਾਹਮਣੇ ਰੱਖਾਂਗੇ। ਸੰਸਦ ਚੱਲ ਰਹੀ ਹੈ, ਸੰਸਦ ਦੇ ਵਿੱਚ ਕੰਮਕਾਰ ਅਸਲ ਦੇ ਵਿੱਚ ਬਹੁਤਾ ਕਰ ਨਹੀਂ ਦਿੱਤਾ ਜਾ ਰਿਹਾ। ਕੱਲ੍ਹ ਮੰਗਲਵਾਰ ਵਾਲੇ ਦਿਨ ਵੀ ਦਿਨ ਭਰ ਦੀ ਕਾਰਵਾਈ ਮੁਲਤਵੀ ਹੋਈ। ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਨੇ ਲੁਧਿਆਣਾ ਤੋਂ ਰਵਨੀਤ ਬਿੱਟੂ ਦੇ ਨਾਲ ਗੁਰਜੀਤ ਸਿੰਘ ਔਜਲਾ, ਪਤਾ ਲੱਗਿਆ ਕਿ ਦੋਵਾਂ ਨੇ ਸੰਸਦ ਦੇ ਅੰਦਰ ਹੀ ਡੇਰਾ ਲਾ ਲਿਆ। ਲੋਕ ਸਭਾ ਦੀ ਕਾਰਵਾਈ ਲਗਭਗ 4:35 ਤੇ ਮੁਲਤਵੀ ਹੋ ਗਈ ਬਾਅਦ ਦੁਪਹਿਰ।
ਉਹਦੇ ਤੋਂ ਬਾਅਦ ਪੰਜਾਬ ਕਾਂਗਰਸ ਦੇ ਇਹ ਦੋਵੇਂ ਹੀ ਸੰਸਦ ਮੈਂਬਰ ਕਹਿੰਦੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰੋ। ਤੁਸੀਂ ਰੱਦ ਨਹੀਂ ਕਰਦੇ, ਸਾਡੀ ਗੱਲ ਨਹੀਂ ਸੁਣਦੇ। ਇਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਸਦਨ ਦੇ ਅੰਦਰ ਹੀ ਧਰਨਾ ਮਾਰ ਲਿਆ। ਰਵਨੀਤ ਬਿੱਟੂ ਤੇ ਗੁਰਜੀਤ ਔਜਲਾ ਦੇ ਵੱਲੋਂ ਇੱਕ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ, ਜਿਸ ਦੇ ਵਿੱਚ ਉਹ ਦੱਸ ਰਹੇ ਨੇ ਕਿ ਸਾਡੇ ਵੱਲੋਂ ਇਹ ਧਰਨਾ ਤਾਂ ਲਾਇਆ ਗਿਆ ਕਿ ਕਿਸਾਨਾਂ ਦੀ ਆਵਾਜ਼ ਨੂੰ ਅਸੀਂ ਬੁਲੰਦ ਕਰਨਾ ਚਾਹੁੰਦੇ ਹਾਂ, ਪਰ ਸਰਕਾਰ ਸਾਡੀ ਗੱਲ ਸੁਣ ਨਹੀਂ ਰਹੀ। ਉਹਨਾਂ ਇੱਥੋਂ ਤੱਕ ਆਖ ਦਿੱਤਾ ਕਿ ਜਿੰਨਾ ਚਿਰ ਸਰਕਾਰ ਸਾਡੀ ਗੱਲ ਮੰਨ ਨਹੀਂ ਲੈਂਦੀ, ਉਹਨਾਂ ਚਿਰ ਅਸੀਂ ਆਪਣੇ ਇਸ ਧਰਨੇ ਤੋਂ ਹੁਣ ਉੱਠਾਂਗੇ ਨਹੀਂ। ਉਹ ਕਹਿੰਦੇ ਪਾਰਲੀਮੈਂਟ ਇੱਕ ਮੰਦਰ ਹੁੰਦਾ ਹੈ, ਜਿੱਥੇ ਕੋਈ ਅਖੀਰਲੀ ਲਾਈਨ ਦੇ ਵਿੱਚ ਆਖਰੀ ਬੈਂਚ ਤੇ ਵੀ ਬੰਦਾ ਬੈਠਾ ਹੋਵੇ ਉਹਦੀ ਗੱਲ ਸੁਣੀ ਜਾਂਦੀ ਹੈ, ਪਰ ਕਹਿੰਦੇ ਇੱਥੇ ਤਾਂ 25 ਲੱਖ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਸਦਨ ਅੰਦਰ ਬੈਠੇ ਪੰਜਾਬ ਦੇ ਇਹਨਾਂ ਦੋਵੇਂ ਸੰਸਦ ਮੈਂਬਰਾਂ ਨੇ ਆਖਿਆ ਕਿ ਅਸੀਂ ਕਾਨੂੰਨ ਰੱਦ ਕਰਵਾਉਣੇ ਚਾਹੁੰਦੇ ਹਾਂ, ਅਸੀਂ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਹੇ ਹਾਂ ਤੇ ਹੁਣ ਅਸੀਂ ਧਰਨੇ ਤੇ ਬੈਠ ਗਏ ਹਾਂ। ਪੈਗਾਸਸ ਵਾਲਾ ਮਾਮਲਾ ਅੱਡ ਹੈ, ਖੇਤੀ ਕਾਨੂੰਨਾਂ ਵਾਲਾ ਅੱਡ ਹੈ। ਗੱਲ ਕੀ ਮੁੱਦੇ ਬਹੁਤ ਨੇ, ਮਹਿੰਗਾਈ ਦਾ, ਡੀਜ਼ਲ ਦਾ, ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਬਹੁਤ ਨੇ, ਜਿਨ੍ਹਾਂ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ। ਪਰ ਕਿਸਾਨਾਂ ਦੇ ਵੱਲੋਂ ਵਿਪ ਜਾਰੀ ਹੋਇਆ ਹੈ ਕਿ ਬਾਕੀ ਮੁੱਦੇ ਵੀ ਭਾਵੇਂ ਅਹਿਮ ਨੇ, ਪਰ ਕਿਸਾਨੀ ਵਾਲਾ ਮੁੱਦਾ ਪਹਿਲ ਦੇ ਆਧਾਰ ਤੇ ਸਾਰੀਆਂ ਵਿਰੋਧੀ ਧਿਰਾਂ ਉਠਾਓ। 19 ਜੁਲਾਈ ਤੋਂ ਇਹ ਸੈਸ਼ਨ ਸ਼ੁਰੂ ਹੋਇਆ, ਪਰ ਹਾਲੇ ਤੱਕ 19 ਤਰੀਕ ਤੋਂ ਬਾਅਦ ਦੋਵੇਂ ਸਦਨਾਂ ਦੀ ਕਾਰਵਾਈ ਤਕਰੀਬਨ ਰੋਜ਼ਾਨਾ ਬੰਦ ਰਹਿੰਦੀ ਹੈ, ਖੱਪ ਖਾਨਾ ਪੈਂਦਾ ਹੈ। ਅਗਲੀ ਖਬਰ ਹੈ ਕਿ ਕਾਂਗਰਸ ਦੇ ਵਿੱਚ ਪ੍ਰਧਾਨਤਾ ਬਣਾ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ। ਉਦੋਂ ਖਬਰਾਂ ਕਨਸੋਆਂ ਇਹ ਆਉਂਦੀਆਂ ਸੀ ਕਿ ਹੁਣ ਕਾਂਗਰਸ ਦਾ ਕਲੇਸ਼ ਖਤਮ ਹੋ ਜੂ, ਕਿਉਂਕਿ ਇੱਕ ਬੰਦੇ ਨੂੰ ਸਭ ਤੋਂ ਵੱਡਾ ਸੰਵਿਧਾਨਕ ਅਹੁਦਾ ਮੁੱਖ ਮੰਤਰੀ, ਦੂਸਰੇ ਬੰਦੇ ਨੂੰ ਪਾਰਟੀ ਦਾ ਸਭ ਤੋਂ ਵੱਡਾ ਅਹੁਦਾ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ। ਸ਼ਾਇਦ ਠੀਕ ਠਾਕ ਹੋ ਜੂ ਕੰਮ, ਪਰ ਲੱਗਦਾ ਕਿ ਕਲੇਸ਼ ਹਾਲੇ ਖਤਮ ਨਹੀਂ ਹੋਇਆ। 2022 ਦੀ ਚੋਣ ਸਿਰ ਤੇ ਹੈ। ਕੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ 'ਚ ਲੜੀ ਜਾਏਗੀ, ਜਾਂ ਪਾਰਟੀ ਦੀ ਕਮਾਨ ਹੈ ਜਿਹੜੀ ਨਵਜੋਤ ਸਿੰਘ ਸਿੱਧੂ ਦੇ ਹੱਥਾਂ 'ਚ ਰਹੇਗੀ? ਕਿਉਂਕਿ ਜਦੋਂ ਹਲੇ ਪ੍ਰਧਾਨ ਦਾ ਐਲਾਨ ਨਹੀਂ ਸੀ ਹੋਇਆ, ਉਦੋਂ ਕਹਿੰਦੇ ਸੀ ਕਿ 2017 'ਚ ਵੀ ਮੈਂ ਆਪਣੇ ਦਮ ਤੇ ਚੋਣ ਲੜੀ, 2022 ਦੀ ਚੋਣ ਵੀ ਮੈਂ ਆਪਣੇ ਦਮ ਤੇ ਲੜੂ। ਹੁਣ ਜੇ ਕਾਂਗਰਸ ਦੇ ਵਿੱਚ ਪੰਜਾਬ ਦੇ ਵਿੱਚ ਇਹ ਸਥਿਤੀ ਰਹਿੰਦੀ ਹੈ ਤਾਂ ਫਿਰ ਖਿੱਚੋ ਤਾਣ ਤਾਂ ਵਧਣੀ ਹੈ। ਜੇ ਇਹੀ ਸਥਿਤੀ ਰਹਿੰਦੀ ਹੈ ਤਾਂ ਫਿਰ ਮੁੱਖ ਮੰਤਰੀ ਕੌਣ ਹੋਊ? ਹੁਣ ਪਤਾ ਲੱਗਿਆ ਕਿ ਮੁੱਖ ਮੰਤਰੀ ਜੇ ਇਹ ਸੋਚੇ ਕਿ ਕੈਪਟਨ ਅਮਰਿੰਦਰ ਸਿੰਘ ਹੀ ਚਿਹਰਾ ਰਹਿਣਗੇ ਤਾਂ ਇਹ ਗੱਲ ਸਹੀ ਨਹੀਂ। ਇਹ ਦਰਅਸਲ ਗੱਲ ਕਾਂਗਰਸ ਦੇ ਇੰਚਾਰਜ ਨੇ ਹਰੀਸ਼ ਰਾਵਤ, ਉਹਨਾਂ ਨੇ ਆਖੀ ਆ। ਹਰੀਸ਼ ਰਾਵਤ ਕਹਿੰਦੇ ਕਿ 2022 ਦੀ ਪਹਿਲਾਂ ਚੋਣ ਜਿੱਤਾਂਗੇ, ਬਾਅਦ 'ਚ ਫੈਸਲਾ ਕਰਾਂਗੇ, ਤੇ ਫੈਸਲਾ ਕੈਪਟਨ ਅਮਰਿੰਦਰ ਸਿੰਘ ਜਾਂ ਨਵਜੋਤ ਸਿੰਘ ਸਿੱਧੂ ਨਹੀਂ ਕਰ ਸਕਦੇ। ਫੈਸਲਾ ਕਹਿੰਦੇ ਹੋਊ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ, ਕਿ ਅਗਲੀ ਜ਼ਿੰਮੇਵਾਰੀ ਕਿਹਨੂੰ ਦਿੱਤੀ ਜਾਣੀ ਹੈ ਇਹ ਸੋਨੀਆ ਗਾਂਧੀ ਤੈਅ ਕਰਨਗੇ। ਪੰਜਾਬ ਕਾਂਗਰਸ ਦੇ ਸੰਕਟ ਤੇ ਰਾਵਤ ਨੇ ਕਿਹਾ ਕਿ ਉਹ ਇਹ ਨਹੀਂ ਕਹਿ ਸਕਦੇ ਕਿ ਸੰਕਟ ਪੂਰੀ ਤਰ੍ਹਾਂ ਟਲ ਗਿਆ। ਕਾਂਗਰਸ ਇੱਕ ਜੀਵੰਤ ਪਾਰਟੀ ਹੈ ਤਾਂ ਸਵਾਲ ਤਾਂ ਉੱਠਣਗੇ। ਕਹਿੰਦੇ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਬਹੁਤ ਜ਼ਿਆਦਾ ਸਫਲ ਤਾਂ ਨਹੀਂ ਹੋ ਸਕੀਆਂ, ਪਰ ਜੋ ਵੀ ਮਸਲੇ ਹੱਲ ਹੋਏ ਨੇ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਭਾਵਨਾ ਦੇ ਆਧਾਰ ਤੇ ਕੀਤੇ ਗਏ ਹੈ। ਕੁਝ ਸਾਲ ਪਹਿਲਾਂ ਵੀ ਕਹਿੰਦੇ ਕਾਂਗਰਸ ਦੇ ਵਿੱਚ ਇਸ ਤਰ੍ਹਾਂ ਹੁੰਦਾ ਰਿਹਾ ਹੈ, ਪਰ ਉਹ ਹੱਲ ਵੀ ਹੁੰਦਾ ਰਿਹਾ ਹੈ। ਇਹ ਵੀ ਤੁਹਾਨੂੰ ਯਾਦ ਹੋਣਾ ਹੈ ਕਿ 2017 ਦੀ ਚੋਣ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਆਏ ਸੀ ਪੰਜਾਬ ਕਾਂਗਰਸ ਦੇ ਵਿੱਚ, ਪਰ ਹੁਣ ਉਹਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪ ਦਿੱਤੀ ਹੈ। ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਰਾਵਤ ਕਹਿੰਦੇ ਕਿ ਕਾਂਗਰਸ ਦੀ ਕੋਸ਼ਿਸ਼ ਬਿਹਤਰ ਟੈਲੈਂਟ ਦਾ ਫਾਇਦਾ ਉਠਾਉਣ ਦੀ ਹੁੰਦੀ ਹੈ ਕਿ ਉਹ ਕਿਸੇ ਹੋਰ ਪਾਸੇ ਨਾ ਚਲਾ ਜਾਵੇ। ਇਸ ਟੈਲੈਂਟ ਨੂੰ, ਇਸ ਜੋੜੀ ਨੂੰ ਖੁੱਲੇ ਮਨ ਦੇ ਨਾਲ ਕੰਮ ਕਰਨ ਦਿੱਤਾ ਜਾਏਗਾ। ਕਾਂਗਰਸ ਪਾਰਟੀ ਦੇ ਮੂਲ ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ। ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਬਾਬਤ ਗੱਲ ਕੀਤੀ ਤਾਂ ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਜਨਤਾ ਨੂੰ ਭਰੋਸਾ ਹੈ। ਕਿਸਾਨ ਅੰਦੋਲਨ ਦੌਰਾਨ ਕੈਪਟਨ ਦੀ ਲੀਡਰਸ਼ਿਪ ਨੇ ਪੰਜਾਬ ਦੇ ਵਿੱਚ ਅਸ਼ਾਂਤੀ ਨਹੀਂ ਫੈਲਣ ਦਿੱਤੀ, ਪੰਜਾਬ ਨੂੰ ਉਤਪਾਦਕ ਬਣਾਇਆ। ਰਾਵਤ ਨੇ ਸਾਰੀਆਂ ਗੱਲਾਂ ਨੂੰ ਇਹ ਆਖਿਆ ਕਿ ਉਹ ਅਤੀਤ ਸੀ। ਜੋ ਕੁਝ ਵੀ ਹੋ ਗਿਆ, ਸਿੱਧੂ ਤੇ ਕੈਪਟਨ ਦੇ ਵਿਚਾਲੇ ਜੋ ਕੁਝ ਵੀ ਚੱਲਿਆ, ਕਹਿੰਦੇ ਮਨਮਟਾਵ ਹੁੰਦੇ ਰਹਿੰਦੇ ਨੇ, ਪਰ ਜਦੋਂ ਬਾਹਾਂ ਖੋਲ ਕੇ ਜੱਫੀਆਂ ਪੈ ਜਾਣ ਫਿਰ ਅਤੀਤ ਦੀਆਂ ਗੱਲਾਂ ਦਾ ਕੋਈ ਮਤਲਬ ਰਹਿ ਨਹੀਂ ਜਾਂਦਾ। ਉਹ ਕਹਿੰਦੇ ਸਿੱਧੂ ਨੇ ਆਸ਼ੀਰਵਾਦ ਮੰਗਿਆ, ਕੈਪਟਨ ਨੇ ਚਾਹ ਪਾਰਟੀ ਤੇ ਸੱਦ ਲਿਆ, ਪਰ ਚਾਹ ਪਾਰਟੀ ਤੇ ਤੁਹਾਨੂੰ ਪਤਾ ਹੈ ਕਿ ਸੀਨੀਅਰ ਜਿਹੜੇ ਕਾਂਗਰਸੀ ਆਗੂ ਸੀ ਉਹ ਕਹਿੰਦੇ ਸੀ ਕਿ ਭਾਈ ਨੇੜੇ ਚਲੇ ਜਾਓ, ਕਪਤਾਨ ਸਾਹਿਬ ਤੁਹਾਡੇ ਵੱਲ ਵੇਖੀ ਜਾਂਦੇ ਆ। ਚਲੋ ਜੋ ਵੀ ਹੋਇਆ, ਤੇ ਫਿਰ ਜਿੱਥੇ ਅਹੁਦਾ ਸੰਭਾਲਣਾ ਸੀ ਉੱਥੇ ਕਪਤਾਨ ਸਾਹਿਬ ਚਲੇ ਗਏ। ਉੱਥੇ ਵੀ ਜੋ ਕੁਝ ਹੋਇਆ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਦੀ ਲੰਘਿਆ।
कि कप्तान साहब का एक बार ਨਾਂ तक नहीं लिया गया। उन्होंने कहा कि जिथों तक सिद्धू के हाव भाव की गल है तो कांग्रेस नूं सिद्धू की हमलावरता चाहिए है, क्योंकि उन्होंने वर्गा फ्रंट फुट ते बैटिंग करने वाला सूबे का प्रधान होना लाजमी सी। पर जिहड़ी रावत साहब ने गल आख दी है, क्योंकि पंजाब सूबे के वो इंचार्ज ने, ये इस वक्त बहुत महत्वपूर्ण है कि देखो पहला नवजोत सिद्धू नूं कैप्टन अमरिंदर सिंह ने अनेकों मौकों पर कहा वो कल जाता जाता भावें अज चला जाए, इत्थों तक आख दिता सी कांग्रेस के दरवाजे सिद्धू वास्ते बंद। पर अगला उस ही कांग्रेस का प्रधान बन के बह गया। हुण पता लग्या कि कांग्रेस की पिच के उत्ते राहुल गांधी ते प्रियंका गांधी खेड रहे हैं। सोनिया गांधी नूं वो फैसले लेने पै रहे हैं जो उन्हां दा पुत्त ते उन्हां दी धी आख रहे हैं। सो जिहड़ा हरीश रावत साहब होरां ने एक इशारा होर दे दिता, लगदा कि कैप्टन साहब की जिहड़ी मुख मंत्री वाली कुर्सी है उहदे पाविਆਂ नूं भी नवजोत सिंह सिद्धू हत्थ ना किते पा लवे। आ जिहड़ी 5 सूत्री चिट्ठी लिखी है जिहदे विच जिक्र है कि बेरोजगारां दे डांगां क्यों, नशियां दा लक तोड़न वास्ते वड्डे मगरमच्छ फड़े क्यों नहीं गए, 2017 तो पहला बिजली समझौते कहा सी रद्द करांगे, रद्द क्यों नहीं किए गए, बेअदबियां दा इंसाफ असीं दिता क्यों नहीं, ते वड्डे वड्डे लोग जिहड़े उन्हां विच शामिल ने उन्हां नूं गिरफ्तार क्यों नहीं किया गया, गिरफ्तारियां कीतियां जाण। उन्होंने इशारा बादलों वाल किया है। सुण जदों ये वड्डे मुद्दे ने, कुछ एक दिनों तो यह चर्चा चल रही सी कि नवजोत सिंह सिद्धू प्रधान बन गया कि सारा कुछ हल हो गया। उन्हें पहली चिट्ठी पहली मुलाकात दे विच दस दिता कि नहीं, जो मैं ट्विटर ते जंग लड़दा सी अज मेरे दिल विच भी है। तो उन्होंने फेसबुक ते ट्विटर ते भी चिट्ठी शेयर की ते नाल मुख मंत्री कैप्टन अमरिंदर सिंह नूं भी दे आंदी है। वेखदे हां कि की जिवें प्रधान बन गए, जे सचमुच कांग्रेस चाहुंदी है कि किसी नवे बंदे नूं अगे लिआंदा जावे, जे कांग्रेस की पिच ते राहुल ते प्रियंका बैटिंग कर रहे हैं, किते ये ना होवे कि अगली चोण दे विच कैप्टन नूं लांभे करके नवजोत सिंह सिद्धू नूं मुख मंत्री का उम्मीदवार भी ऐलान दिता जावे। अगली खबर किसानी संघर्ष के विचों निकली खबर है। एक किसान की जिंद होर इस संघर्ष के लेखे लग गई है। तिन्ने खेती सुधार जिहड़े कानून बनाए ने उन्हां दे खिलाफ 8 महीनों तो ज़्यादा समा हुण दिल्ली दीआं सरहदां ते बैठिਆਂ नूं संघर्ष करदिਆਂ नूं किसानां नूं हो चुके हैं। पता लग्या कि पिंड माईसर खाना के किसान जिन्हां दी उम्र तकरीबन 55 वरे ते नाम कश्मीर सिंह सी, उन्हां दी मौत हुई है। कश्मीर सिंह 20 जुलाई नूं जथे दे नाल दिल्ली गए सी गिरफ्तारी देण वास्ते। 25 जुलाई नूं उन्हां दी सेहत विगड़ जाती है, तबीयत खराब हो जाती है, वो दिल्ली तो दवाई लैण वास्ते घर वापस परतदे है। पर बीते ऐतवार वाले दिन उन्हां दी सेहत ज़्यादा खराब हुई तो उन्हां दी मौत हो जाने की खबर है। किसान आगुआं ने आख्या कि सारे परिवार की जिम्मेवारी कश्मीर सिंह के मोढिਆਂ ते सी, घर दे विच होर कोई कमाऊ नहीं। इस करके सरकार तो कहनी मंग करते हैं कि मृतक कश्मीर सिंह के परिवार के जी नूं एक सरकारी नौकरी दी जाए और 25 लाख रुपए की आर्थिक मदद भी की जाए। सो दोस्तों, ये सी अपना अज का प्रोग्राम। उम्मीद कर रहे हैं कि तुहानूं चंगा लग्या होएगा। जेकर प्रोग्राम सचमुच चंगा लग्या तो कृपा करके लाइक भी कर देना तो शेयर भी कर देना। तो जेकर हाले तक तुसी अपने इस चैनल को सबसक्राइब नहीं किया तो कृपा करके सबसक्राइब करके नोटिफिकेशन वाली घंटी वो भी ऑन कर लैनी। तुहाडे धन्नवादी होवांगे। जाण तो पहला कहांगा, जिंदगी जिंदादिली का नाम है। दविंदर सिंह बैनीपाल नूं आग्या दिओ। सत श्री अकाल। ते रब राखा।